ਬੰਦੇ ਦੋਸਤੋ ਜਦੋਂ ਕੋਈ ਮੱਝ ਲੈਣ ਹੁੰਦੇ ਨੇ ਨਾ ਤੇ ਐਂ ਡੇਰੇ ਤੇ ਕਿਤੇ ਮਸਾਲਾ ਉਹਨਾਂ ਦੇ ਸਾਹਮਣੇ ਦਿੰਦੇ ਹੋਈਏ ਕਿ ਯਾਰ ਆ ਮਸਾਲਾ ਦੇਣਦੇ ਆ ਉਹਨਾਂ ਦੇ ਸਾਹਮਣੇ, ਉਹਨਾਂ ਇੱਕ ਹੀ ਗੱਲ ਆਦ ਕਰਨੀ ਹੁੰਦੀ ਹੈ ਕਿ ਨਾਦਰ ਭਾਈ ਤੁਸੀਂ ਤੇ ਦੁੱਧ ਜਿਹੜਾ ਉਹ ਮਸਾਲਿਆਂ ਦੇ ਨਾਲ ਲੈਣ ਦਿਓ, ਤੇ ਮੈਂ ਫਿਰ ਇਹਨਾਂ ਨੂੰ ਕੋਕ, ਸਪਰੈਟ, ਪੀਜ਼ਾ, ਸੈਂਡਵਿਚ, ਬਰਗਰ ਭਾਵੇਂ ਸ਼ੁਰੂ ਕਰ ਦਿੰਦੇ ਆ, ਮਸਾਲਾ ਜੇ ਨਹੀਂ ਦੇਣਾ। ਮੌਸਮ ਜਿਹੜਾ ਨਾ ਬਾਰਿਸ਼ ਦਾ ਉਹਦੇ ਵਿੱਚ ਆ ਦਾਦਰ ਮਿਰਚ ਦੇ ਤੇਲ ਦੇ ਵਿੱਚ ਜਾਂ ਦੇਸੀ ਘਿਓ ਚ ਬਣਾ ਕੇ 2 ਕੈਪਸੂਲ ਜਿਹੜੀ ਮੱਝ ਨੂੰ ਆਈਆਂ ਨੇ ਨਾ ਉਹਨੇ ਬੁਲਾ ਲਾ ਕਿਥੋਂ ਡਿੱਗਾ ਦੂਸਰੀ ਮਾਈ ਦਾ ਥੜੀ ਇਕੱਠਾ ਕਰ ਦੇ ਦੇ ਛੋਟੀ ਬੜੀ ਨੇ ਆਪੇ ਦੁੱਧ ਦੇ 15-16 ਕਿਲੋ ਦੇ ਅੱਲਾਹ ਖਿਆਲ ਰੱਖੀ ਨੂੰ 20 ਕਿਲੋ ਦੇ ਲਿਆ ਕੇ ਥੱਲੇ ਤੋਂ ਛੁੱਟਿਆ ਦੇ ਜਨਾਬ ਬੰਦਿਆਂ ਕਹਿਣਾ ਲਓ ਜੀ ਹੁਣ ਤੁਹਾਡੀਆਂ ਪਹਿਲਾਂ ਵੀ 20 ਕਿਲੋ ਘਰ ਲਾ ਪਈਆਂ, ਇਹ ਹੁਣ ਚਵਾ ਕੇ ਕਿਸੇ ਨੂੰ ਜਾਵਾਂਗੇ। ਉਹ ਜਿਹੜਾ ਕੰਮ ਹੈ ਨਾ ਉਹ ਨਵੇਂ ਬੰਦਿਆਂ ਵਾਲਾ ਵੀ ਹੈ ਜਨਾਬ, ਉਹ ਇਤਨਾ ਮਸਾਲਾ ਤੇ ਇਤਨੀ ਗੱਲਬਾਤ ਜਦੋਂ 10-15 ਲੱਖ ਜਾਂ 6 ਲੱਖ ਜਾਂ 5 ਲੱਖ ਰਕਮ ਖਰਚੀ ਹੋਏ ਨਾ ਤੇ ਫਿਰ ਉਹਨੂੰ ਮੱਝ ਨੂੰ ਪੱਠੇ ਖਵਾਉਣ ਲਈ ਰੁਝਾਉਣ ਵਾਸਤੇ, ਦਿਲ ਲਵਾਉਣ ਵਾਸਤੇ ਮਿਰਚ ਮਸਾਲਾ ਜਿਹੜਾ ਨਾ ਦੇਣਾ ਲਾਜ਼ਮੀ ਹੁੰਦਾ, ਉਹਦੇ ਨਾਲ ਹੀ ਡੰਗਰ ਜਿਹੜਾ ਨਾ ਆਪਣਾ ਸੈੱਟ ਹੁੰਦਾ। ਇਹ ਤਾਂ ਮਿਹਰਬਾਨੀ ਹੁੰਦੀ ਉਹਨਾਂ ਦੀ ਜਿਹੜੀਆਂ 100 ਨਿਕਲ ਹੁੰਦੀਆਂ ਤੇ ਇਸ ਤਰ੍ਹਾਂ ਖੁਸ਼ ਹੋ ਕੇ ਜਿਹੜਾ ਨਾ ਆਪਣਾ ਉਹ ਮਸਾਲਾ ਲੈ ਲੈਂਦੀਆਂ। ਚੱਲ ਬਈ ਕਰਮਾ ਲਈਏ ਜਾਣ ਤੇ ਹਾਂ ਕੱਲ ਚੁੱਕ ਗਈ ਆ ਸਟੇਸ਼ਨ ਕਿ ਨਹੀਂ? ਸਾਨੂੰ ਗੱਲ ਕਹਿੰਦੀ ਏ ਇਹ ਦਿੱਤਾ ਜੀ ਅੱਜ ਇਹਨਾਂ ਨੂੰ ਕਿਲੋ 2 ਤੇਲ, ਕਿਲੋ ਮਿੱਠਾ, ਕਿਲੋ ਸਰੋਂ ਦਾ ਪਕਾ ਕੇ ਚੰਗੀ ਤਰ੍ਹਾਂ ਵਿੱਚ ਦਾਦਰ ਮਿਰਚ ਕੋ 1.5 ਕਿਲੋ ਪਾਈ, ਅੱਧਾ ਕਿਲੋ ਕਾਲੀ ਮਿਰਚ, ਨਮਕ ਵਿੱਚ ਅੱਧਾ ਕਿਲੋ ਮਿੱਠਾ ਸੋਡਾ, ਪੁੱਛਿਆ 7 ਮੱਝਾਂ ਨੂੰ ਆ ਗਿਆ। ਉਹ ਬਣਾ ਕੇ ਪਿੰਨੀਆਂ ਦੇ ਦਿੱਤੀ ਉਹਦੇ ਨਾਲ ਐਵੇਂ ਡੰਗਰ ਸਿਆਲ 'ਚ ਜਿਹੜਾ ਨਾ ਜਦੋਂ 4 ਘੰਟੇ ਲਾਂਬੇ ਬੰਨ ਕੇ ਗਾਲੀ ਕੀਤੀ, ਅੰਦਰ ਅੱਗ ਬਚੀ, ਫਿਰ ਪਾਣੀ ਪੀਤਾ ਇੱਕ ਵਾਰੀ ਰੱਜ ਕੇ, ਫਿਰ ਡੰਗਰ ਥੱਲੋਂ ਫੁੱਲਦਾ, ਝਿੱਗ ਹੁੰਦੀ ਹੈ, ਖੁਸ਼ ਰਹਿੰਦਾ ਡੰਗਰ। ਐ ਵੇਖ ਤੁਹਾਨੂੰ ਦਸਤਾਨੇ ਨਹੀਂ ਲੈਂਦੇ। ਤੇ ਨਵੇਂ ਭਾਈ ਜਿਹੜੇ ਨੇ ਮਿਰਚ ਮਸਾਲੇ ਤੋਂ ਡਰਨ ਵਾਲੇ, ਉਹਨਾਂ ਨੂੰ ਅੱਗੋਂ ਇਨਸ਼ਾਅੱਲਾ ਸੈਂਡਵਿਚ, ਪੀਜ਼ਾ, ਬਰਗਰ, ਮਕਰੂਨੀ, ਕੋਕ, ਸਪਰੈਟ, ਰਸਗੁੱਲੇ, ਗੁਲਾਬ ਜਾਮਨ ਉਹ ਖਵਾ ਕੇ ਮੱਛੀ ਕੋ ਦੁੱਧ ਲੈ ਕੇ ਦੇਵਾਂਗੇ।